ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਪੋਲੀਟੀਕਲ ਸਾਇੰਸ ਦੇ ਅਗਲੀ ਵੀਡੀਓ 'ਚ। +1 ਕਲਾਸ ਲਈ ਵੀਡੀਓ ਹੈ ਅਤੇ ਆਪਾਂ ਰਾਜਨੀਤੀ ਸ਼ਾਸਤਰ ਦਾ ਦੂਸਰੇ ਸਮਾਜਿਕ ਸ਼ਾਸਤਰ ਨਾਲ, ਸਮਾਜਿਕ ਵਿਗਿਆਨ ਨਾਲ ਸੰਬੰਧ ਕਰ ਰਹੇ ਹਾਂ। ਉਸ ਸੀਰੀਜ਼ ਦੇ ਵਿੱਚ ਅੱਜ ਦਾ ਜਿਹੜਾ ਟੌਪਿਕ ਹੈ ਰਾਜਨੀਤੀ ਸ਼ਾਸਤਰ ਅਤੇ ਨੀਤੀ ਸ਼ਾਸਤਰ ਹੈ। ਨੀਤੀ ਸ਼ਾਸਤਰ ਨੂੰ ਇੰਗਲਿਸ਼ ਦੇ ਵਿੱਚ ਐਥਿਕ ਕਿਹਾ ਜਾਂਦਾ ਹੈ। ਐਥਿਕ ਹੁੰਦਾ ਹੈ ਕਿ ਕਿਸ ਤਰ੍ਹਾਂ ਦਾ ਆਪਣਾ ਜਿਹੜਾ ਵਤੀਰਾ ਹੈ, ਚਾਲ ਚਲਨ ਹੈ, ਕਿਸ ਤਰ੍ਹਾਂ ਅਸੀਂ ਸੱਚੇ ਝੂਠੇ, ਪਾਪ ਪੁੰਨ, ਸ਼ੁਭ ਅਸ਼ੁਭ, ਇਹਨਾਂ ਚੀਜ਼ਾਂ ਨੂੰ ਸਪਸ਼ਟ ਰੂਪ 'ਚ ਸਮਝਦੇ ਹਾਂ ਅਤੇ ਅਕੋਰਡਿੰਗਲੀ ਹੀ ਵਿਚਰਦੇ ਹਾਂ। ਬੇਸਿਕਲੀ ਨੀਤੀ ਸ਼ਾਸਤਰ ਜਿਹੜਾ ਹੈ ਮਨੁੱਖੀ ਆਚਰਣ ਦਾ ਵਿਗਿਆਨ ਹੈ, ਜਿਸ ਵਿੱਚ ਆਚਰਣ ਦੇ ਉਚਿਤ ਅਤੇ ਅਣਉਚਿਤ ਹੋਣ ਸੰਬੰਧੀ ਵਿਚਾਰ ਕੀਤਾ ਜਾਂਦਾ ਹੈ। ਚਲੋ ਸ਼ੁਰੂਆਤ ਕਰਦੇ ਹਾਂ ਫਿਰ। ਅਤੇ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਕਿ ਭੂਮਿਕਾ ਸੇਮ ਰਹੇਗਾ ਸਾਰੇ ਇਸ ਤਰ੍ਹਾਂ ਦੇ ਕੁਐਸਚਨ ਲਈ, ਜਿਹੜੇ ਵੀ 5-6 ਕੁਐਸਚਨ ਬਣਨਗੇ ਇਹਦੇ। ਅਤੇ ਭੂਮਿਕਾ ਹੈ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਸਮਾਜ ਦੇ ਵਿੱਚ ਰਹਿੰਦੇ ਇੱਕ ਵਿਅਕਤੀ ਬਹੁਤ ਸਾਰੀ ਗਤੀਵਿਧੀਆਂ ਕਰਦਾ ਹੈ, ਬਹੁਤ ਸਾਰੇ ਸੰਬੰਧ ਬਣਾਉਂਦਾ ਹੈ ਅਤੇ ਮਨੁੱਖ ਦੇ ਸਾਰੇ ਗਤੀਵਿਧੀਆਂ ਅਤੇ ਸੰਬੰਧਾਂ ਨੂੰ ਮੁੱਖ ਰੂਪ ਵਿੱਚ ਅਸੀਂ ਇਸ ਤਰ੍ਹਾਂ ਪ੍ਰੈਜ਼ੈਂਟ ਕਰ ਸਕਦੇ ਹਾਂ ਕਿ ਵੀ ਸਮਾਜਿਕ ਗਤੀਵਿਧੀਆਂ ਅਤੇ ਸੰਬੰਧ ਹੈਗਾ, ਧਾਰਮਿਕ ਗਤੀਵਿਧੀਆਂ ਅਤੇ ਸੰਬੰਧ, ਆਰਥਿਕ ਗਤੀਵਿਧੀਆਂ ਅਤੇ ਸੰਬੰਧ, ਰਾਜਨੀਤਿਕ ਗਤੀਵਿਧੀਆਂ ਅਤੇ ਸੰਬੰਧ। ਉਸ ਤੋਂ ਬਾਅਦ ਸੱਭਿਆਚਾਰਕ ਗਤੀਵਿਧੀਆਂ ਅਤੇ ਸੰਬੰਧ, ਨੈਤਿਕ ਗਤੀਵਿਧੀਆਂ ਅਤੇ ਸੰਬੰਧ। ਅਤੇ ਰਾਜਨੀਤੀ ਸ਼ਾਸਤਰ ਮਨੁੱਖਾਂ ਦੇ ਰਾਜਨੀਤਿਕ ਗਤੀਵਿਧੀਆਂ ਦੇ ਸੰਬੰਧ ਦਾ ਵਿਗਿਆਨ ਜਾਂ ਸ਼ਾਸਤਰ ਹੈ। ਇਸੇ ਪ੍ਰਕਾਰ ਮਨੁੱਖਾਂ ਦੇ ਦੂਜੇ ਗਤੀਵਿਧੀਆਂ ਦੇ ਲਈ ਦੂਸਰੇ ਵਿਸ਼ੇ ਹਨ, ਜੋ ਕਿ ਅਸੀਂ ਪਹਿਲੇ ਇੰਟਰੋਡਕਸ਼ਨ 'ਚ ਵੀ ਕਰ ਚੁੱਕੇ ਹਾਂ ਕਿ ਸਮਾਜਿਕ ਗਤੀਵਿਧੀਆਂ ਲਈ ਸਮਾਜ ਸ਼ਾਸਤਰ ਹੈ, ਆਰਥਿਕ ਗਤੀਵਿਧੀਆਂ ਲਈ ਅਰਥ ਸ਼ਾਸਤਰ ਹੈ, ਨੈਤਿਕ ਗਤੀਵਿਧੀਆਂ ਲਈ ਨੀਤੀ ਸ਼ਾਸਤਰ ਹੈ, ਰਾਈਟ। ਅਤੇ ਪਰ ਮਨੁੱਖਾਂ ਦੇ ਗਤੀਵਿਧੀਆਂ ਅਤੇ ਸੰਬੰਧਾਂ ਸਮੁੱਚੇ ਰੂਪ ਵਿੱਚ ਵੱਖ ਨਹੀਂ ਹਨ, ਸਗੋਂ ਉਹ ਇੱਕ ਦੂਸਰੇ ਵਿੱਚੋਂ ਨਿਕਲੇ ਹਨ, ਪ੍ਰਭਾਵਿਤ ਕਰਦੇ ਹਨ। ਜਿਵੇਂ ਕਿ ਦੱਸਿਆ ਸੀਗਾ ਕਿ ਸਮਾਜ ਸ਼ਾਸਤਰ ਸਾਰੇ ਸ਼ਾਸਤਰ ਦਾ ਮਾਂ ਸ਼ਾਸਤਰ ਹੈ ਨਾ। ਅਤੇ ਉਸੇ ਕੰਟੈਕਸਟ 'ਚ ਅਸੀਂ ਅੱਜ ਨੀਤੀ ਸ਼ਾਸਤਰ ਕਰਾਂਗੇ। ਅਤੇ ਇਸ ਲਈ ਇਹਨਾਂ ਦਾ ਆਪਸ ਸੰਬੰਧਾਂ ਨੂੰ ਜਾਣਨਾ ਅਤੇ ਪੜ੍ਹਨਾ ਜ਼ਰੂਰੀ ਹੈ, ਕਿਉਂਕਿ ਮਨੁੱਖੀ ਸੰਬੰਧ ਇੱਕ ਦੂਸਰੇ ਨਾਲ ਜੁੜੇ ਹਨ। ਇਸ ਲਈ ਇਹਨਾਂ ਵਿਸ਼ਿਆਂ ਨੂੰ ਜੋੜ ਕੇ ਪੜ੍ਹਨ ਤੋਂ ਜ਼ਿਆਦਾ ਗਿਆਨ ਪ੍ਰਾਪਤ ਹੁੰਦਾ ਹੈ। ਅਤੇ ਅਸੀਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਹ ਸਾਰੇ ਵਿਸ਼ੇ ਦਾ ਸੰਬੰਧ ਰਾਜਨੀਤੀ ਸ਼ਾਸਤਰ ਨਾਲ ਪੜ੍ਹਨਾ ਹੈ। ਅਤੇ ਆਪਾਂ ਕਰ ਚੁੱਕੇ ਫਿਲਹਾਲ ਰਾਜਨੀਤੀ ਸ਼ਾਸਤਰ ਅਤੇ ਇਤਿਹਾਸ, ਰਾਜਨੀਤੀ ਸ਼ਾਸਤਰ ਅਤੇ ਸਮਾਜ ਸ਼ਾਸਤਰ। ਅੱਜ ਅਸੀਂ ਕਰ ਰਹੇ ਰਾਜਨੀਤੀ ਸ਼ਾਸਤਰ ਅਤੇ ਨੀਤੀ ਸ਼ਾਸਤਰ। ਫਿਰ ਅਸੀਂ ਕਰਾਂਗੇ ਰਾਜਨੀਤੀ ਸ਼ਾਸਤਰ ਅਤੇ ਅਰਥ ਸ਼ਾਸਤਰ ਅਤੇ ਮਨੋਵਿਗਿਆਨ। ਅਤੇ ਸ਼ੁਰੂ ਕਰਦੇ ਹਾਂ। ਨੀਤੀ ਸ਼ਾਸਤਰ ਕੀ ਹੈ? ਨੀਤੀ ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ। ਰਾਜਨੀਤੀ ਸ਼ਾਸਤਰ ਅਤੇ ਨੀਤੀ ਸ਼ਾਸਤਰ। ਨੀਤੀ ਸ਼ਾਸਤਰ ਮਨੁੱਖਾਂ ਦੇ ਆਚਰਣ ਦਾ ਵਿਗਿਆਨ ਹੈ। ਇਸ ਵਿੱਚ ਅਸੀਂ ਧਰਮ ਅਧਰਮ, ਸ਼ੁਭ ਅਸ਼ੁਭ, ਸਤ ਅਸਤ, ਪਾਪ ਪੁੰਨ ਆਦਿ ਵਿੱਚ ਅੰਤਰ ਸਪਸ਼ਟ ਕਰਦੇ ਹਾਂ ਅਤੇ ਇਸ ਦੇ ਨਾਲ ਨਾਲ ਮਨੁੱਖ ਨੂੰ ਸਹੀ ਰਸਤੇ 'ਤੇ ਚੱਲਣ ਦੀ ਪ੍ਰੇਰਨਾ ਦਿੰਦੇ ਹਾਂ। ਇਸ ਵਿਸ਼ੇ ਦੇ ਰਾਹੀਂ ਅਗਰ ਡੇਵੀ ਦੇ ਅਨੁਸਾਰ ਇਹ ਕਹਿੰਦੇ ਨੇ ਕਿ ਨੀਤੀ ਸ਼ਾਸਤਰ ਮਨੁੱਖਾਂ ਦੇ ਆਚਰਣ ਦਾ ਵਿਗਿਆਨ ਹੈ, ਜਿਸ ਵਿੱਚ ਆਚਰਣ ਦੇ ਉਚਿਤ ਅਤੇ ਅਣਉਚਿਤ ਹੋਣ ਸੰਬੰਧੀ ਵਿਚਾਰ ਕੀਤਾ ਜਾਂਦਾ ਹੈ ਕਿ ਵੀ ਸਹੀ ਹੈ ਜਾਂ ਨਹੀਂ ਹੈ। ਅਗਰ ਕੋਈ ਬੱਚਾ ਵੱਡੇ ਨਾਲ ਬਦਤਮੀਜ਼ੀ ਕਰਦਾ ਹੈ ਅਤੇ ਕੀ ਸਾਡਾ ਨੀਤੀ ਕੀ ਕਹਿੰਦਾ ਕਿ ਵੀ ਕੀ ਬੱਚਾ ਵੱਡੇ ਨਾਲ ਬਦਤਮੀਜ਼ੀ ਕਰ ਸਕਦਾ, ਉਹਦਾ ਆਚਰਣ ਜਿਹੜਾ ਸਹੀ ਹੈ ਜਾਂ ਗਲਤ ਹੈ। ਜਾਂ ਕੋਈ ਵੱਡਾ ਕਿਸੇ ਛੋਟੇ 'ਤੇ ਜ਼ੁਲਮ ਕਰਦਾ ਹੈ ਅਤੇ ਕੀ ਉਹਦਾ ਆਚਰਣ ਸਹੀ ਹੈ ਜਾਂ ਗਲਤ ਹੈ। ਇਹ ਉਚਿਤ ਅਨੁਚਿਤ ਸੰਬੰਧੀ ਵਿਚਾਰ ਕਰਦਾ ਹੈ। ਪਲੈਟੋ ਅਨੁਸਾਰ ਰਾਜ ਦਾ ਅੰਤਿਮ ਉਦੇਸ਼ ਨਾਗਰਿਕਾਂ ਦੇ ਨੈਤਿਕ ਗੁਣਾਂ ਦਾ ਵਿਕਾਸ ਕਰਨਾ। ਨੈਤਿਕ ਗੁਣ ਕਿਹੜੇ ਹੁੰਦੇ ਨੇ ਕਿ ਰੂਲ ਨੂੰ ਮੰਨਣਾ, ਨਿਯਮ ਨੂੰ ਮੰਨਣਾ, ਧਰਮ 'ਤੇ ਚੱਲਣਾ, ਸ਼ੁਭ ਵਿਚਾਰਾਂ ਦਾ ਪ੍ਰਗਟਾਵਾ ਕਰਨਾ, ਸੱਤ ਬੋਲਣਾ, ਹਮੇਸ਼ਾ ਭਲਾ ਕਰਨਾ, ਲੋਕਾਂ ਦਾ ਸਮਾਜ ਦੇ ਵਿੱਚ ਇੱਕ ਦੂਸਰੇ ਨਾਲ ਮਿਲ ਜੁਲ ਕੇ ਰਹਿਣਾ। ਅਤੇ ਇਹ ਸਾਰੇ ਜਿਹੜੇ ਹੈ ਨੈਤਿਕ ਗੁਣ ਹੈਗੇ। ਅਤੇ ਇਸੇ ਗੁਣ ਨੂੰ ਅੱਗੇ ਲੈ ਕੇ ਚੱਲਣਾ। ਅਤੇ ਪਲੈਟੋ ਅਨੁਸਾਰ ਰਾਜ ਦਾ ਅੰਤਿਮ ਉਦੇਸ਼ ਨਾਗਰਿਕਾਂ ਦੇ ਨੈਤਿਕ ਗੁਣਾਂ ਦਾ ਵਿਕਾਸ ਕਰਨਾ ਹੈ। ਅਤੇ ਅਗਰ ਗੱਲ ਕਰੀਏ ਸਮਰਥਕਾਂ ਦੇ, ਅਤੇ ਜਿਹੜੇ ਉਹ ਬਹੁਤ ਸਾਰੇ ਸਮਰਥਕ ਹੈਗੇ ਨੀਤੀ ਸ਼ਾਸਤਰ ਬਾਰੇ ਅਸੀਂ ਜਦੋਂ ਪੜ੍ਹਦੇ ਹਾਂ। ਤਾਂ ਪਰ ਇੱਥੇ ਇਹਦਾ ਵਿਸ਼ਾ ਵਸਤੂ ਨਹੀਂ ਹੈ, ਅਸੀਂ ਸਿਰਫ ਸੰਬੰਧਾਂ ਬਾਰੇ ਫੋਕਸ ਕਰਾਂਗੇ। ਅੱਗੇ ਚੱਲਦੇ। ਨੀਤੀ ਸ਼ਾਸਤਰ ਦੀ ਰਾਜਨੀਤੀ ਸ਼ਾਸਤਰ ਨੂੰ ਦੇਣ ਕੀ ਹੈ? ਰਾਜਨੀਤੀ ਸ਼ਾਸਤਰ ਲਈ
ਠੀਕ ਮੁੱਲ ਨਿਰਧਾਰਿਤ ਕਰਦਾ ਹੈ। ਕੀ ਮਤਲਬ ਕਿ ਵੀ ਕਿਸ ਤਰੀਕੇ ਦਾ ਰਾਜਨੀਤਿਕ ਵਿਚਾਰ ਹੋਣਾ ਚਾਹੀਦਾ ਹੈ, ਕਿਵੇਂ ਦਾ ਹੋਣਾ ਚਾਹੀਦਾ ਹੈ, ਉਹ ਮੁੱਲ ਨਿਰਧਾਰਿਤ ਕਰਦਾ। ਕੌਣ ਕਰਦਾ? ਨੀਤੀ ਸ਼ਾਸਤਰ। ਕਿ ਵੀ ਅਸੀਂ ਰਾਜਨੀਤਿਕ ਸ਼ਕਤੀਆਂ ਪ੍ਰਾਪਤ ਕਰਨ ਲਈ ਕੋਈ ਵੀ ਤਰੀਕਾ ਇਸਤੇਮਾਲ ਕਰ ਸਕਦੇ ਹਾਂ। ਗਲਤ ਸਹੀ ਦਾ ਫਰਕ ਨਹੀਂ ਦੇਖਣਾ ਜਾਂ ਦੇਖਣਾ ਹੈ, ਅਤੇ ਠੀਕ ਵੈਲਿਊ ਸਟੈਬਲਿਸ਼ ਕਰਦਾ ਹੈ ਨੀਤੀ ਸ਼ਾਸਤਰ ਰਾਜਨੀਤਿਕ ਸ਼ਾਸਤਰ ਲਈ। ਉਸ ਤੋਂ ਬਾਅਦ ਨੈਤਿਕ ਮੁੱਲ ਰਾਜ ਦੇ ਕਾਨੂੰਨਾਂ ਦਾ ਸੋਮਾ ਹਨ। ਮਤਲਬ ਇਹ ਹੈ ਕਿ ਵੀ ਨੈਤਿਕ ਮੁੱਲ ਜਿਹੜੇ ਹੈ ਰਾਜ ਦੇ ਕਾਨੂੰਨਾਂ ਦੇ ਸੋਮੇ ਹਨ। ਕੀ ਮਤਲਬ ਹੈ ਕਿ ਰਾਜ ਜੋ ਵੀ ਕਾਨੂੰਨ ਬਣਾਉਂਦਾ ਹੈ ਉਹ ਜਿੰਨੇ ਵੀ ਨੈਤਿਕ ਵੈਲਿਊ ਹੈਗੇ ਉਹਨਾਂ ਵੈਲਿਊ 'ਤੇ ਹੀ ਬੇਸਡ ਹੁੰਦੇ ਹਨ। ਇਹ ਨੈਤਿਕਤਾ ਤੋਂ ਪਰਾਂ ਨਹੀਂ ਹੋ ਸਕਦੇ ਹਨ। ਬੇਸਿਕਲੀ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਨੈਤਿਕ ਵਿਚਾਰ ਪ੍ਰਚਲਿਤ ਅਤੇ ਮਜ਼ਬੂਤ ਹੋ ਜਾਂਦੇ ਹਨ ਤਾਂ ਉਹ ਕਾਨੂੰਨਾਂ ਦਾ ਰੂਪ ਧਾਰਨ ਕਰ ਲੈਂਦੇ ਹਨ। ਯਾਨੀ ਕਿ ਕੋਈ ਵੀ ਕਾਨੂੰਨ ਜਿਹੜਾ ਹੈ ਉਹ ਨੈਤਿਕ ਵੈਲਿਊਜ਼ ਤੋਂ, ਯਾਨੀ ਕਿ ਮੋਰਲ ਵੈਲਿਊਜ਼ ਤੋਂ, ਔਰ ਜੋ ਕਿ ਸੱਚਾਈ 'ਤੇ ਬੇਸਡ ਹੈ, ਅੱਛਾਈ 'ਤੇ ਬੇਸਡ ਹੈ, ਜੋ ਕਿ ਦੂਸਰੇ ਦੀ ਭਲਾਈ 'ਤੇ ਬੇਸਡ ਹੈ, ਪੁੰਨ 'ਤੇ ਬੇਸਡ ਹੈ, ਧਰਮ 'ਤੇ ਬੇਸਡ ਹੈ, ਉਹੀ ਹੋਣਾ ਚਾਹੀਦਾ, ਦੂਸਰਾ ਨਹੀਂ ਹੋਣਾ ਚਾਹੀਦਾ। ਇਹਦਾ ਮਤਲਬ ਇਹ ਹੋ ਗਿਆ ਕਿ ਜੋ ਵੀ ਨੈਤਿਕ ਮੁੱਲ ਰਾਜ ਦੇ ਵਿੱਚ ਪਾਏ ਜਾਂਦੇ ਹਨ ਜਾਂ ਕਾਨੂੰਨ ਦੇ ਵਿੱਚ ਪਾਏ ਜਾਂਦੇ ਹਨ, ਉਹਦਾ ਸੋਮਾ ਕੌਣ ਹੈ? ਨੈਤਿਕਤਾ ਹੀ ਐਥਿਕਸ ਹੈ, ਰਾਈਟ। ਉਸ ਤੋਂ ਬਾਅਦ ਹੈ ਨੈਤਿਕ ਰਾਜਨੀਤਿਕ ਜੀਵਨ ਨੂੰ ਸਾਫ ਸੁਥਰਾ ਬਣਾਉਣ ਵਿੱਚ ਸਹਾਇਕ ਹੁੰਦਾ ਹੈ। ਸੱਚੀ ਰਾਜਨੀਤੀ, ਕਾਂਤ ਕਹਿੰਦੇ ਹਨ ਕਿ ਵੀ ਨੈਤਿਕਤਾ ਨੂੰ ਸਜਦਾ ਕੀਤੇ ਬਿਨਾਂ ਇੱਕ ਕਦਮ ਵੀ ਅੱਗੇ ਨਹੀਂ ਚੱਲ ਸਕਦੀ ਸੱਚੀ ਰਾਜਨੀਤੀ। ਇਹਦਾ ਮਤਲਬ ਕੀ ਹੋਇਆ ਕਿ ਅਗਰ ਰਾਜਨੀਤਿਕ ਜੀਵਨ ਦੇ ਵਿੱਚ ਸਹੀ ਮਾਇਨੇ ਵਿੱਚ ਅੱਗੇ ਸਾਫ ਸੁਥਰੇ ਢੰਗ ਨਾਲ ਵਧਣਾ ਹੈ ਅਤੇ ਸਾਨੂੰ ਨੈਤਿਕ ਗੁਣਾਂ ਨੂੰ, ਜਿਹੜੇ ਨੈਤਿਕ ਵੈਲਿਊਜ਼ ਹੈਗੇ, ਜਿਹੜੀ ਨੈਤਿਕਤਾ ਹੈ, ਉਹਨਾਂ ਨੂੰ ਮੰਨ ਕੇ ਚੱਲਣਾ ਪੈਣਾ। ਸਾਨੂੰ ਪਤਾ ਹੈ ਕਿ ਰਾਜਨੀਤਿਕ ਜੀਵਨ ਦੇ ਵਿੱਚ ਕਿੰਨੇ ਗੁਣ ਅਵਗੁਣ ਸ਼ਾਮਿਲ ਹੈਗੇ। ਜਿਹੜਾ ਮਨੁੱਖ ਹੈ ਉਹ ਚੰਗੇ ਗੁਣਾਂ ਦਾ ਵੀ ਮਾਲਕ ਹੁੰਦਾ ਹੈ ਅਤੇ ਮਾੜੇ ਗੁਣਾਂ ਦਾ ਵੀ ਮਾਲਕ ਹੁੰਦਾ ਹੈ, ਅਤੇ ਉਹ ਕਿਸ ਤਰੀਕੇ ਦਾ ਵਤੀਰਾ ਕਰੇਗਾ, ਸੈਲਫਿਸ਼ ਵਤੀਰਾ ਕਰੇਗਾ ਜਾਂ ਸੈਲਫਲੈਸ ਵਤੀਰਾ ਕਰੇਗਾ, ਇਹ ਸਾਰੀ ਚੀਜ਼ਾਂ ਸਾਨੂੰ ਮੋਰਲਸ ਵੈਲਿਊਜ਼ ਤੋਂ, ਨੈਤਿਕ ਸਿੱਖਿਆ ਤੋਂ ਹੀ ਮਿਲਦਾ ਹੈ, ਐਥਿਕਸ ਤੋਂ ਮਿਲਦਾ ਹੈ। ਅਤੇ ਰਾਜਨੀਤੀ ਵਿੱਚ ਇਹਦਾ ਖਾਸ ਅਹਿਮ ਰੋਲ ਹੈ। ਅਗਰ ਅੱਛੇ ਲੀਡਰ ਹੋਣਗੇ ਅਤੇ ਉਹਨਾਂ ਦਾ ਅੱਛਾ ਆਚਰਣ ਹੋਏਗਾ ਅਤੇ ਉਹਨਾਂ ਦੀ ਜਿਹੜੀ ਹੈ ਮੋਰਲ ਵੈਲਿਊਜ਼, ਯਾਨੀ ਕਿ ਉਹਨਾਂ ਦੀ ਨੈਤਿਕਤਾ ਵੀ ਅੱਛੀ ਹੋਏਗੀ। ਅਤੇ ਅੱਜ ਕਦਰਾਂ ਕੀਮਤਾਂ 'ਤੇ ਆਧਾਰਿਤ ਰਾਜਨੀਤੀ ਜਿਹੜੀ ਹੈ ਉਹੀ ਵਧੀਆ ਮੰਨੀ ਜਾਂਦੀ ਹੈ। ਬਾਕੀਆਂ ਦਾ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਨਾਲ ਜਿਹਨਾਂ ਰਾਜਨੀਤਿਕ ਲੀਡਰਾਂ ਦੇ ਵਿੱਚ ਵੈਲਿਊਜ਼ ਨਹੀਂ ਹੁੰਦੇ ਉਹਨਾਂ ਨੂੰ ਜ਼ਿਆਦਾ ਪਸੰਦ ਨਹੀਂ ਕੀਤਾ ਜਾਂਦਾ। ਇਹ ਰਾਜ ਦੇ ਪ੍ਰਾਪਤੀਆਂ ਦੀ ਪਰਖ ਲਈ ਮਦਦਗਾਰ ਹੈ। ਗਾਰਨਰ ਠੀਕ ਕਹਿੰਦੇ ਹਨ ਕਿ ਅਸਲ ਵਿੱਚ ਉਹ ਸਰਕਾਰ ਹੀ ਹਰਮਨ ਪਿਆਰੀ ਅਤੇ ਸਥਿਰ ਹੋ ਸਕਦੀ ਹੈ ਜਿਹੜੀ ਕਿ ਲੋਕਾਂ ਦੇ ਮਾਨਸਿਕ ਵਿਚਾਰਾਂ ਅਤੇ ਨੈਤਿਕ ਭਾਵਨਾਵਾਂ ਦੇ ਅਨੁਕੂਲ ਰਾਜ ਕਰਦੀ ਹੈ। ਅਗਰ ਸਰਕਾਰ ਨੇ ਸਥਿਰ ਰੂਪ ਦੇ ਵਿੱਚ ਕੰਮ ਕਰਨਾ ਹੈ ਅੱਗੇ, ਅਤੇ ਉਹਨਾਂ ਨੂੰ ਅੱਛਾਈ, ਸੱਚਾਈ, ਸੱਤ 'ਤੇ ਹੀ ਚੱਲਣਾ ਪੈਣਾ, ਅਤੇ ਤਾਂ ਹੀ ਜਾ ਕੇ ਉਹ ਲੋਕਾਂ ਵਿੱਚ ਹਰਮਨ ਪਿਆਰਾ ਬਣ ਸਕਦੀ ਹੈ, ਤਾਂ ਹੀ ਜਾ ਕੇ ਉਹ ਲੋਕਾਂ ਦੀ ਮਨਪਸੰਦ ਸਰਕਾਰ ਚਲਾ ਸਕਦੀ ਹੈ। ਇਸ ਲਈ ਰਾਜ ਦੀ ਜੋ ਵੀ ਪ੍ਰਾਪਤੀਆਂ ਹਨ ਉਹ ਅੱਛਾਈਆਂ 'ਤੇ ਹੀ ਹੋ ਸਕਦੀ ਹੈ। ਜ਼ਬਰਦਸਤੀ ਜਾਂ ਆਟੋਕ੍ਰੈਟਿਕ ਸਿਸਟਮ ਨੂੰ ਕੋਈ ਪਸੰਦ ਨਹੀਂ ਕਰਦਾ, ਡਿਕਟੇਟਰਸ਼ਿਪ ਨੂੰ ਕੋਈ ਪਸੰਦ ਨਹੀਂ ਕਰਦਾ, ਜਾਂ ਫਿਰ ਝੂਠ ਦੀ ਪੰਡ ਜਾਂ ਫਿਰ ਲੱਕੜ ਦੀ ਹਾਂਡ ਕਹਿੰਦੇ ਇੱਕ ਵਾਰੀ ਹੀ ਅੱਗ 'ਤੇ ਚੜ੍ਹਾ ਸਕਦੇ ਹੋ, ਦੂਸਰੀ ਵਾਰੀ ਨਹੀਂ। ਅਤੇ ਇਹ ਫੈਕਟਰ ਹੈ ਜੋ ਕਿ ਨੀਤੀ ਸ਼ਾਸਤਰ ਜਿਹੜੀ ਹੈ ਰਾਜਨੀਤੀ ਨੂੰ ਪ੍ਰਦਾਨ ਕਰਦੀ ਹੈ। ਅਤੇ ਅੱਗੇ ਹੈ ਰਾਜਨੀਤੀ ਸ਼ਾਸਤਰ ਅਤੇ ਨੀਤੀ ਸ਼ਾਸਤਰ ਨੂੰ ਦੇਣ।
ਰਾਜ ਨੈਤਿਕ ਸਿਧਾਂਤਾਂ ਨੂੰ ਅਮਲ ਵਿੱਚ ਲੈ ਕੇ ਆਉਂਦਾ ਹੈ। ਹੁਣ ਨੈਤਿਕ ਸਿਧਾਂਤ ਜਿੰਨੇ ਵੀ ਹੈਗੇ ਉਸ ਨੂੰ ਅਮਲ ਵਿੱਚ ਕੌਣ ਲੈ ਕੇ ਆਉਂਦਾ ਹੈ? ਰਾਜ। ਕਾਨੂੰਨ ਕੌਣ ਬਣਾਉਂਦਾ ਹੈ? ਰਾਜ। ਕਾਨੂੰਨ ਲਾਗੂ ਕੌਣ ਕਰਦਾ ਹੈ? ਰਾਜ। ਕਾਨੂੰਨ ਦੇ ਹਿਸਾਬ ਨਾਲ ਫੈਸਲਾ ਕੌਣ ਕਰਦਾ ਹੈ? ਰਾਜ। ਅਤੇ ਨੈਤਿਕ ਸਿਧਾਂਤ ਕਿਉਂਕਿ ਆਦਮੀ ਦੇ ਮਨੁੱਖ ਦੇ ਜ਼ਿੰਦਗੀ ਦੇ ਲਈ, ਉਹਨਾਂ ਦੇ ਪ੍ਰੋਗਰੈਸ ਲਈ ਬਹੁਤ ਜ਼ਰੂਰੀ ਹਨ, ਸਾਰਿਆਂ ਦੇ ਸਮਾਜ ਦੇ ਭਲਾਈ ਲਈ ਬਹੁਤ ਜ਼ਰੂਰੀ ਹਨ। ਅਤੇ ਉਹਨਾਂ ਨੈਤਿਕ ਸਿਧਾਂਤਾਂ ਨੂੰ ਅਮਲ ਵਿੱਚ ਲੈ ਕੇ ਕੌਣ ਆਉਂਦਾ ਹੈ? ਕਾਨੂੰਨਾਂ ਦੇ ਥਰੂ ਰਾਜ। ਅਤੇ ਪਰ ਇੱਕ ਗੱਲ ਹੋਰ ਵੀ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਨੈਤਿਕ ਸਿਧਾਂਤਾਂ ਪਿੱਛੇ ਕੋਈ ਕਾਨੂੰਨੀ ਸ਼ਕਤੀ ਨਹੀਂ ਹੁੰਦੀ ਹੈ। ਇਹਨਾਂ ਨੂੰ ਮੰਨਣਾ ਜਾਂ ਨਾ ਮੰਨਣਾ ਵਿਅਕਤੀ ਦੇ ਇੱਛਾ 'ਤੇ ਨਿਰਭਰ ਕਰਦਾ ਹੈ। ਪਰ ਇਹਨਾਂ ਦੇ ਖਿਲਾਫ ਜਿਹੜੇ ਇਹਨਾਂ ਨਾ ਮੰਨਣ ਵਾਲੇ ਖਿਲਾਫ ਜਿਹੜੇ ਹੈਗੇ, ਮੰਨ ਲਓ ਕਿ ਕੋਈ ਇਸ ਤਰ੍ਹਾਂ ਦਾ ਐਕਸ਼ਨ ਹੈ, ਸਮਾਜ 'ਤੇ ਉਸ ਨੂੰ ਮਾੜਾ ਕਹਿੰਦਾ ਹੀ ਕਹਿੰਦਾ, ਪਰ ਉਸ ਦੇ ਬੇਸਿਸ 'ਤੇ ਕੁਝ ਕਾਨੂੰਨ ਵੀ ਬਣਾਉਂਦੇ ਆ। ਜਿਵੇਂ ਕਿ ਮੰਨ ਲਓ ਕਿ ਕਿਸੇ ਨੂੰ ਅਬਿਊਜ਼ ਕਰਨਾ, ਕਿਸੇ ਨੂੰ ਮਾਰਨਾ, ਇਹ ਨੈਤਿਕਤਾ ਦੇ ਖਿਲਾਫ ਹੈ। ਅਤੇ ਇਹਦੇ ਖਿਲਾਫ ਕਾਨੂੰਨ ਕੌਣ ਬਣਾਉਂਦਾ ਹੈ? ਰਾਜ ਬਣਾਉਂਦਾ ਹੈ। ਅਤੇ ਅਸਲ ਵਿੱਚ ਇਹਨਾਂ ਨੂੰ ਅਮਲ ਵਿੱਚ ਕੌਣ ਲੈ ਕੇ ਆਉਂਦਾ ਹੈ? ਫਿਰ ਰਾਜ। ਇੱਦਾਂ ਦੇ ਆਚਰਣ ਕਰਨ ਵਾਲੇ ਨੂੰ, ਕਿਸੇ ਨੂੰ ਮਾਰਨ ਵਾਲੇ, ਕਿਸੇ ਨੂੰ ਕੁੱਟਣ ਵਾਲੇ, ਕਿਸੇ ਨੂੰ ਤੋਂ ਚੋਰੀ ਕਰਨ ਵਾਲੇ ਨੂੰ ਸਜ਼ਾਵਾਂ ਕੌਣ ਦਿੰਦਾ ਹੈ? ਰਾਜ ਦਿੰਦਾ ਹੈ। ਅਤੇ ਇਸ ਲਈ ਰਾਜ ਨੈਤਿਕ ਸਿਧਾਂਤਾਂ ਨੂੰ ਅਮਲ ਵਿੱਚ ਲੈ ਕੇ ਆਉਂਦਾ ਹੈ। ਅਗਲਾ ਪੁਆਇੰਟ ਹੈ, ਰਾਜ ਨੈਤਿਕਤਾ ਦੇ ਵਿਕਾਸ ਲਈ ਉਚਿਤ ਵਾਤਾਵਰਣ ਤਿਆਰ ਕਰਦਾ ਹੈ। ਹੁਣ ਸੱਚ ਬੋਲਣਾ ਹੈ, ਝੂਠ ਨਹੀਂ ਬੋਲਣਾ ਹੈ, ਅੱਛੇ ਰਸਤੇ 'ਤੇ ਚੱਲਣਾ ਹੈ, ਕਿਸੇ ਨਾਲ ਮਾੜਾ ਨਹੀਂ ਕਰਨਾ, ਚੋਰੀ ਨਹੀਂ ਕਰਨੀ ਹੈ, ਇਹ ਸਾਰੇ ਨੈਤਿਕ ਗੁਣ ਹੈਗੇ ਕਿਸੇ ਦੇ। ਪਰ ਇਸ ਦਾ ਵਿਕਾਸ ਕਿਵੇਂ ਹੋਏਗਾ? ਇਹ ਰਾਜ 'ਤੇ ਡਿਪੈਂਡ ਕਰਦਾ ਹੈ। ਰਾਜ ਮਤਲਬ ਸਾਡਾ ਦੇਸ਼ ਦਾ ਕਾਨੂੰਨ। ਅਤੇ ਰਾਜ ਇਸ ਤਰ੍ਹਾਂ ਦਾ ਵਾਤਾਵਰਣ ਪੈਦਾ ਕਰਦਾ ਹੈ ਜਿਸ ਦੇ ਵਿੱਚ ਸ਼ਾਂਤੀ ਬਣੀ ਰਹਿੰਦੀ ਹੈ, ਤਾਂ ਕਿ ਆਪਸ ਦੇ ਵਿੱਚ ਭਾਈਚਾਰਾ ਬਣੀ ਰਹਿੰਦੀ ਹੈ, ਲੋਕ ਆਪਣੀ ਮਨਮਰਜ਼ੀ ਨਾਲ ਵਿਵਹਾਰ ਨਹੀਂ ਕਰਦੇ ਹੈ, ਲੋਕ ਅਨੈਤਿਕ ਤਰੀਕੇ ਨਾਲ ਨਹੀਂ ਚੱਲਦੇ ਹਨ। ਅਤੇ ਇਹ ਸਾਰੇ ਵਾਤਾਵਰਣ ਤਿਆਰ ਕੌਣ ਕਰਦਾ ਹੈ? ਰਾਜ ਕਰਦਾ ਹੈ। ਰਾਜ ਕਾਨੂੰਨ ਬਣਾ ਕੇ ਉਸ ਤਰ੍ਹਾਂ ਦੇ ਲੋਕਾਂ ਨੂੰ ਸਜ਼ਾਵਾਂ ਦਿੰਦਾ ਹੈ ਜੋ ਅੱਛੇ ਵਾਤਾਵਰਣ ਦੇ ਖਿਲਾਫ ਚੱਲਦਾ ਹੈ। ਅਤੇ ਰਾਜ ਨੈਤਿਕਤਾ ਦੇ ਵਿਕਾਸ ਲਈ ਉਚਿਤ ਵਾਤਾਵਰਣ ਤਿਆਰ ਕਰਦਾ ਹੈ। ਅਗਲਾ ਪੁਆਇੰਟ ਹੈ, ਰਾਜ ਨੈਤਿਕ ਬੁਰਾਈਆਂ ਨੂੰ ਖਤਮ ਕਰਦਾ ਹੈ। ਨੈਤਿਕ ਬੁਰਾਈਆਂ ਸਾਡੇ ਸਮਾਜ 'ਚ ਬਹੁਤ ਸਾਰੀਆਂ, ਜਿਵੇਂ ਕਿ ਝੂਠ ਬੋਲਣਾ, ਚੋਰੀ ਕਰਨਾ। ਉਸ ਤੋਂ ਇਲਾਵਾ ਅਗਰ ਕੁਛ ਹੋਰ ਗੱਲ ਕਰੀਏ ਤਾਂ ਜਿੱਦਾਂ ਕਿ ਪਹਿਲਾਂ ਸੀਗਾ ਕਿ ਬਲੀ ਪ੍ਰਥਾ ਸੀ, ਸਤੀ ਪ੍ਰਥਾ ਸੀ, ਦਹੇਜ ਪ੍ਰਥਾ ਸੀ, ਵੇਸਵਾ ਜੀਵਨ ਸੀ, ਬਲੀ ਦੇਣਾ, ਲੋਕਾਂ ਦੀ ਬਲੀ ਦੇਣਾ, ਇਹ ਸਾਰੀ ਬੁਰਾਈਆਂ ਸਮਾਜ ਵਿੱਚ ਚੱਲ ਰਹੀਆਂ ਸੀਗੀਆਂ। ਇਸ ਤੋਂ ਇਲਾਵਾ ਚੋਰੀ ਕਰਨਾ, ਡਾਕੇ ਡਾਲਣਾ, ਅਤੇ ਇਹਨਾਂ ਸਾਰੀਆਂ ਬੁਰਾਈਆਂ ਨੂੰ ਖਤਮ ਕੌਣ ਕਰਦਾ ਹੈ? ਇਹ ਸਾਰੇ ਹੁਣ ਕਾਨੂੰਨੀ ਰੂਪ 'ਚ ਵੀ ਅਪਰਾਧ ਮੰਨੇ ਜਾਂਦੇ ਨੇ ਔਰ ਨੈਤਿਕ ਰੂਪ 'ਚ। ਅਤੇ ਇਹ ਸਾਰੇ ਬੁਰਾਈਆਂ ਨੂੰ ਖਤਮ ਰਾਜ ਕਰਦਾ ਹੈ, ਉਹਨਾਂ ਦੇ ਲਈ ਕਾਨੂੰਨ ਬਣਾ ਕੇ, ਉਹਨਾਂ 'ਤੇ ਸਹੀ ਐਕਸ਼ਨ ਲੈ ਕੇ। ਅਗਲਾ ਪੁਆਇੰਟ ਹੈ, ਰਾਜਨੀਤੀ ਸ਼ਾਸਤਰ ਨੈਤਿਕ ਧਾਰਨਾਵਾਂ ਨੂੰ ਨਿਸ਼ਚਿਤ ਅਰਥ ਪ੍ਰਦਾਨ ਕਰਦਾ ਹੈ। ਨੈਤਿਕ ਧਾਰਨਾਵਾਂ ਜਿਵੇਂ ਕਿ ਸੱਚ ਬੋਲਣਾ, ਨਿਆਂ ਦੇਣਾ, ਦੂਸਰੇ ਦੇ ਅਧਿਕਾਰਾਂ ਦੀ ਇੱਜ਼ਤ ਕਰਨੀ, ਆਪਣੇ ਕਰਤੱਵਾਂ ਦਾ ਪਾਲਣਾ ਕਰਨਾ, ਇਹ ਸਾਰੇ ਨੈਤਿਕ ਧਾਰਨਾਵਾਂ ਹਨ। ਅਤੇ ਇਹਦੇ ਕੁਛ ਅਰਥ ਹੁੰਦੇ ਹਨ। ਅਤੇ ਰਾਜ ਕੀ ਕਰਦਾ? ਰਾਜਨੀਤੀ ਸ਼ਾਸਤਰ ਕੀ ਕਰਦਾ? ਇਹਨਾਂ ਨੂੰ ਇੱਕ ਨਿਸ਼ਚਿਤ ਅਰਥ ਦਿੰਦਾ ਹੈ, ਨਿਸ਼ਚਿਤ ਅਰਥ ਪ੍ਰਦਾਨ ਕਰਦਾ ਹੈ, ਔਰ ਕਾਨੂੰਨ ਬਣਾ ਕੇ ਵੀ ਪ੍ਰਦਾਨ ਕਰਦਾ ਹੈ, ਜੋ ਕਿ ਸਾਰਿਆਂ ਨੂੰ ਮੰਨਣੀ ਹੀ ਪੈਂਦੀ ਹੈ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਕੀ ਹੋਏਗਾ? ਰਾਜ ਉਸਨੂੰ ਸਜ਼ਾ ਦਿੰਦਾ ਹੈ, ਔਰ ਅਦਰਵਾਈਜ਼ ਜਿਹੜੀਆਂ ਹੈਗੀਆਂ ਰਾਜ ਕੁਛ ਨੈਤਿਕ ਕੰਮਾਂ ਦੇ ਜੋ ਕੰਮ ਨੂੰ ਕਾਨੂੰਨੀ ਬਣਾਇਆ ਗਿਆ, ਜੋ ਨੈਤਿਕ ਨਿਯਮ ਅਤੇ ਕਾਨੂੰਨੀ ਬਣਾਇਆ ਗਿਆ, ਉਹਦੇ ਲਈ ਕੋਈ ਸਜ਼ਾ ਨਹੀਂ ਦਿੰਦਾ। ਅਤੇ ਇਹ ਪੁਆਇੰਟ ਵੀ ਕਲੀਅਰ ਹੁੰਦਾ ਹੈ ਕਿ ਰਾਜਨੀਤੀ ਸ਼ਾਸਤਰ ਨੈਤਿਕ ਧਾਰਨਾਵਾਂ ਨੂੰ ਨਿਸ਼ਚਿਤ ਅਰਥ ਪ੍ਰਦਾਨ ਕਰਦਾ ਹੈ। ਨਿਆਂ ਜਿਵੇਂ ਕਿ ਰਾਜਨੀਤੀ ਆਪਣੇ ਨੈਤਿਕਤਾ ਤੋਂ ਹੀ ਰਾਜਨੀਤੀ ਸ਼ਾਸਤਰ ਦਾ ਬਣਿਆ ਅਧਿਕਾਰ ਕਰਤੱਵ, ਰਾਈਟ। ਅਤੇ ਇਹ ਸਾਰੇ ਰਾਜਨੀਤੀ ਸ਼ਾਸਤਰ ਦੀ ਨੀਤੀ ਸ਼ਾਸਤਰ ਨੂੰ ਦੇਣ ਸੀ। ਅੱਗੇ ਚੱਲਦੇ ਹਾਂ ਕਿ ਰਾਜਨੀਤੀ ਸ਼ਾਸਤਰ ਅਤੇ ਨੀਤੀ ਸ਼ਾਸਤਰ ਵਿੱਚ ਅੰਤਰ ਦੇਖਦੇ ਹਾਂ। ਅਤੇ
ਨੀਤੀ ਸ਼ਾਸਤਰ ਅੰਦਰੂਨੀ ਭਾਵਨਾ ਨਾਲ ਜੁੜਿਆ ਹੋਇਆ ਤੇ ਰਾਜਨੀਤੀ ਸ਼ਾਸਤਰ ਬਾਹਰਲੇ ਵਿਵਹਾਰ ਨਾਲ ਜੁੜਿਆ ਹੋਇਆ। ਕਿਵੇਂ ਹੈ ਕਿ ਵੀ ਮੇਰੇ ਮਨ ਦੇ ਵਿੱਚ ਕੀ ਹੈ ਉਸ ਨੂੰ ਕੋਈ ਜਾਣ ਨਹੀਂ ਸਕਦਾ, ਲੇਕਿਨ ਮੇਰਾ ਬਿਹੇਵੀਅਰ ਹੈ ਉਸ ਦਾ ਸਭ ਨੂੰ ਪਤਾ ਚੱਲਦਾ ਹੈ। ਇਸੇ ਤਰੀਕੇ ਨਾਲ ਜਿਹੜਾ ਨੀਤੀ ਸ਼ਾਸਤਰ ਹੈ ਮਨੁੱਖ ਦੇ ਅੰਦਰਲੀ ਭਾਵਨਾਵਾਂ ਦਾ ਵਿਸ਼ਲੇਸ਼ਣ ਕਰਦਾ ਹੈ, ਉਹ ਚੰਗਾ ਹੈ ਬੁਰਾ ਹੈ, ਠੀਕ ਹੈ। ਲੇਕਿਨ ਰਾਜਨੀਤੀ ਸ਼ਾਸਤਰ ਮਨੁੱਖ ਦੀ ਬਾਹਰਲੀ ਗਤੀਵਿਧੀਆਂ ਨਾਲ ਸੰਬੰਧਿਤ ਹੈ, ਇਹਦਾ ਅੰਦਰਲੀ ਭਾਵਨਾ ਨਾਲ ਕੋਈ ਖਾਸ ਲੈਣਾ ਦੇਣਾ ਹੈ ਨਹੀਂ। ਅਗਲਾ ਪੁਆਇੰਟ ਹੈ ਰਾਜਨੀਤੀ ਸ਼ਾਸਤਰ ਦਾ ਖੇਤਰ ਰਾਜਨੀਤੀ ਸ਼ਾਸਤਰ ਦੇ ਖੇਤਰ ਨਾਲੋਂ ਵਿਸ਼ਾਲ ਹੈ। ਯਾਨੀ ਕਿ ਨੀਤੀ ਸ਼ਾਸਤਰ ਦਾ ਖੇਤਰ ਰਾਜਨੀਤੀ ਸ਼ਾਸਤਰ ਦੇ ਖੇਤਰ ਨਾਲੋਂ ਵਿਸ਼ਾਲ ਹੈ। ਇਹਦਾ ਮਤਲਬ ਇਹ ਹੋਇਆ ਕਿ ਰਾਜਨੀਤੀ ਸ਼ਾਸਤਰ ਜਿਹੜਾ ਹੈ ਰਾਜ ਨਾਲ ਮਨੁੱਖ ਦਾ ਕੀ ਸੰਬੰਧ ਹੈ ਉਸ ਦੀ ਸਟੱਡੀ ਕਰਦਾ ਹੈ। ਉਸ ਦੇ ਨਾਲ ਨਾਲ ਜਿਹੜੀ ਵੀ ਸੰਸਥਾਵਾਂ ਉਸ ਦਾ ਅਧਿਐਨ ਕਰਦਾ ਹੈ, ਵਿਵਹਾਰ ਜਿਸ ਦਾ ਕਿ ਅਸਰ ਪੈਂਦਾ ਹੈ ਉਸ ਦਾ ਅਧਿਐਨ ਕਰਦਾ ਹੈ। ਅਤੇ ਪਰੰਤੂ ਜਿਹੜਾ ਨੀਤੀ ਸ਼ਾਸਤਰ ਹੈ ਇਹ ਮਨੁੱਖ ਦੇ ਅੰਦਰ ਕੀ ਚੱਲਦਾ ਪਿਆ, ਅੱਛਾਈ ਬੁਰਾਈ, ਜਿਸ ਦੇ ਵਿੱਚ ਕਿ ਹਰ ਇੱਕ ਚੀਜ਼ ਸ਼ਾਮਿਲ ਹੋ ਜਾਂਦੇ ਹਨ, ਈਵਨ ਸੋਚ ਤੱਕ ਵੀ ਸ਼ਾਮਿਲ ਹੋ ਜਾਂਦੇ ਹਨ, ਅਤੇ ਉਸ ਸਾਰਿਆਂ ਦੀ ਅਧਿਐਨ ਕਰਦਾ ਹੈ, ਰਾਈਟ। ਅਤੇ ਇਸ ਦਾ ਖੇਤਰ ਜ਼ਿਆਦਾ ਵੱਡਾ ਹੈ। ਇਹ ਬਿਜ਼ਨਸ 'ਤੇ ਵੀ ਅਪਲਾਈ ਹੁੰਦਾ ਹੈ। ਨੀਤੀ ਸ਼ਾਸਤਰ ਦੇ ਜਿਹੜੇ ਰੂਲਸ ਹੈਗੇ ਬਿਜ਼ਨਸ 'ਤੇ, ਧਰਮ 'ਤੇ, ਵਪਾਰ 'ਤੇ, ਇਹ ਸਾਰੀ ਚੀਜ਼ਾਂ 'ਤੇ, ਹਰ ਇੱਕ ਲਾਈਫ 'ਤੇ, ਸਮਾਜਿਕ ਲਾਈਫ 'ਤੇ ਵੀ ਆਪਾਂ ਕਿੱਦਾਂ ਛੋਟੇ ਵੱਡੇ ਨਾਲ ਡੀਲ ਕਰਨਾ ਹੈ, ਗੱਲਾਂ ਵਿਵਹਾਰ ਕਰਨਾ ਹੈ, ਅਤੇ ਹਰ ਇੱਕ ਪੱਖ ਨਾਲ ਆਲਮੋਸਟ ਡੀਲ ਕਰਦਾ ਹੈ। ਨੈਤਿਕਤਾ ਪਿੱਛੇ ਚੰਗਾ ਆਚਰਣ ਹੁੰਦਾ ਹੈ, ਜਦਕਿ ਰਾਜ ਦੇ ਕਾਨੂੰਨ ਪਿੱਛੇ ਜ਼ਬਰੀ ਸ਼ਕਤੀ ਹੁੰਦੀ ਹੈ। ਨੈਤਿਕਤਾ ਪਿੱਛੇ ਅਸੀਂ ਕਿਸੇ ਨਾਲ ਵਧੀਆ ਵਿਵਹਾਰ ਕਰਦੇ, ਉਹ ਸਾਡੇ ਬਦਲੇ ਉਸਦੇ ਬਦਲੇ ਵਧੀਆ ਵਿਵਹਾਰ ਕਰਦਾ। ਕਿਸੇ ਪ੍ਰਤੀ ਅਸੀਂ ਘਿਰਨਾ ਰੱਖਦੇ ਮਨ 'ਚ, ਤਾਂ ਉਹ ਸਾਨੂੰ ਕੋਈ ਆ ਕੇ ਸਜ਼ਾ ਨਹੀਂ ਦੇਣ ਲੱਗ ਪੈਂਦਾ, ਹੈ ਨਾ। ਅਤੇ ਇਹਦੇ ਪਿੱਛੇ ਚੰਗਾ ਆਚਰਣ ਨਹੀਂ ਹੁੰਦਾ ਬੇਸਿਕਲੀ। ਅਤੇ ਜਦਕਿ ਰਾਜ ਦੇ ਕਾਨੂੰਨ ਪਿੱਛੇ ਰਾਜ ਕੋਈ ਕਾਨੂੰਨ ਬਣਾਉਂਦਾ, ਉਹਦੀ ਪਾਲਣਾ ਅਸੀਂ ਨਹੀਂ ਕਰਦੇ, ਤਾਂ ਰਾਜ ਸਾਨੂੰ ਪਨਿਸ਼ ਕਰ ਸਕਦਾ ਹੈ, ਸਾਨੂੰ ਸਜ਼ਾ ਦੇ ਸਕਦਾ ਹੈ, ਕਿਉਂਕਿ ਰਾਜ ਕੋਲ ਜ਼ਬਰੀ ਸ਼ਕਤੀ ਹੈ। ਰਾਜ ਹੀ ਇੱਕ ਇਸ ਤਰ੍ਹਾਂ ਦਾ ਸੰਸਥਾ ਜਿਸ ਦੇ ਕੋਲ ਜ਼ਬਰੀ ਸ਼ਕਤੀ ਹੈ, ਹੋਰ ਕਿਸੇ ਕੋਲ ਨਹੀਂ ਹੈ, ਅਤੇ ਉਹ ਉਸ ਸ਼ਕਤੀ ਦਾ ਇਸਤੇਮਾਲ ਕਰਕੇ ਸਾਨੂੰ ਸਜ਼ਾਵਾਂ ਦੇ ਸਕਦਾ, ਅਤੇ ਉਹ ਰਾਜਨੀਤੀ ਸ਼ਾਸਤਰ ਦਾ ਹਿੱਸਾ। ਅੱਗੇ ਰਾਜ ਦਾ ਕਾਨੂੰਨ ਇਕਸਾਰ ਹੁੰਦਾ ਹੈ, ਨੈਤਿਕ ਸਿਧਾਂਤ ਅਲੱਗ ਅਲੱਗ ਹੁੰਦੇ ਹਨ। ਮਤਲਬ ਕੀ ਹੈ ਕਿ ਰਾਜ ਦਾ ਕਾਨੂੰਨ ਜਿਹੜਾ ਹੈ ਰਾਜ ਵਿੱਚ ਰਹਿਣ ਵਾਲੇ ਹਰ ਇੱਕ ਵਿਅਕਤੀ 'ਤੇ ਲਾਗੂ ਹੁੰਦਾ ਇੱਕ ਰੂਪ ਦੇ ਵਿੱਚ, ਪਰ ਕੀ ਨੈਤਿਕ ਜਿਹੜੇ ਨਿਯਮ ਹੈਗੇ ਉਹ ਸਾਰੇ ਫੋਲੋ ਕਰਨ ਨਾ ਕਰਨ, ਇਹ ਡਿਪੈਂਡ ਕਰਦਾ ਹੈ ਪਰਸਨ ਟੂ ਪਰਸਨ, ਅਤੇ ਉਹ ਅਲੱਗ ਅਲੱਗ ਹੁੰਦੇ ਨੇ। ਔਰ ਨੈਤਿਕਤਾ ਈਵਨ ਏਰੀਆਜ਼ ਟੂ ਏਰੀਆਜ਼ ਵੇਰੀ ਕਰਦੀ ਹੈ, ਅਲੱਗ ਹੁੰਦੀ ਹੈ। ਸਾਡੇ ਭਾਰਤ ਦੇ ਵਿੱਚ ਕੁਛ ਹੋਰ ਨੈਤਿਕਤਾ ਹੋ ਸਕਦੀ ਹੈ, ਅਮਰੀਕਾ ਕੈਨੇਡਾ ਵਿੱਚ ਕੁਛ ਹੋਰ ਨੈਤਿਕਤਾ ਹੋ ਸਕਦੀ ਹੈ, ਇਹ ਡਿਪੈਂਡ ਕਰਦਾ। ਪਰ ਉਹਦੇ ਵਿੱਚ ਕੁਛ ਮੂਲ ਸਿਧਾਂਤ ਜਿਹੜੇ ਹੈ ਉਹ ਆਲਮੋਸਟ ਹਰ ਜਗ੍ਹਾ ਸੇਮ ਹੀ ਹੁੰਦੇ ਆ। ਅੱਗੇ ਨੈਤਿਕਤਾ ਦਾ ਸੰਬੰਧ ਵਿਚਾਰ ਨਾਲ ਹੈ, ਰਾਜਨੀਤੀ ਦਾ ਸੰਬੰਧ ਵਿਵਹਾਰ ਨਾਲ ਹੈ। ਹਾਂ, ਇਹ ਵੀ ਫੈਕਟ ਹੈ। ਅਸੀਂ ਵਿਚਾਰ ਕਰਦੇ ਹਾਂ, ਅੱਛਾ ਵਿਚਾਰ, ਮਾੜਾ ਵਿਚਾਰ, ਹੈ ਨਾ, ਕੁਛ ਵੀ ਹੋਵੇ ਤਾਂ ਉਹ ਸਾਡੇ ਵਿਚਾਰਾਂ ਨਾਲ ਜ਼ਿਆਦਾ ਸੰਬੰਧ ਹੈ ਨੈਤਿਕਤਾ ਜਿਹੜੀ ਹੈ। ਜਦਕਿ ਰਾਜਨੀਤੀ ਸਾਡੇ ਵਿਵਹਾਰ ਨਾਲ, ਅਸੀਂ ਕਿਸ ਤਰੀਕੇ ਨਾਲ ਕਿਹਨੂੰ ਇਲੈਕਸ਼ਨ ਦੇ ਵਿੱਚ ਕਿਸ ਨੂੰ ਵੋਟ ਪਾਉਂਦੇ ਹਾਂ, ਕੀ ਸਪੋਰਟ ਕਰਦੇ ਹਾਂ, ਜਾਂ ਫਿਰ ਕਿਹੜੀ ਵਿਚਾਰਧਾਰਾ ਨੂੰ ਮੰਨਦੇ, ਇਹ ਜ਼ਿਆਦਾ ਵਿਵਹਾਰ ਨਾਲ ਸੰਬੰਧਿਤ ਹੈ। ਦੋਵਾਂ ਦੇ ਸਰੂਪ ਵਿੱਚ ਅੰਤਰ ਹੈ। ਇਹ ਜਿਹੜਾ ਰਾਜਨੀਤੀ ਸ਼ਾਸਤਰ ਹੈ ਇਹ ਵਰਣਾਤਮਕ ਪਲਸ ਆਦਰਸ਼ਾਤਮਕ ਦੋਨੋਂ ਤਰ੍ਹਾਂ ਨੂੰ ਡੀਲ ਕਰਦਾ ਹੈ। ਵਰਣਾਤਮਕ ਇਹ ਵਰਣਨ ਵੀ ਕਰਦਾ ਹੈ ਕਿ ਕੀ ਚੀਜ਼ ਹੈ ਔਰ ਕਿੱਦਾਂ ਦਾ ਹੋਣਾ ਚਾਹੀਦਾ, ਇਹ ਵੀ ਦੱਸਦਾ ਹੈ। ਜਦਕਿ ਜਿਹੜਾ ਹੈ ਨੀਤੀ ਸ਼ਾਸਤਰ ਹੈ ਇਹ ਸਿਰਫ ਆਦਰਸ਼ਾਤਮਕ ਵਿਗਿਆਨ ਹੈ। ਇਸ ਦਾ ਸੰਬੰਧ ਬੇਸਿਕਲੀ ਆਦਰਸ਼ਾਂ, ਕਦਰਾਂ ਕੀਮਤਾਂ, ਵੈਲਿਊਜ਼ ਨਾਲ ਹੈ। ਅਤੇ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਰਾਜਨੀਤੀ ਸ਼ਾਸਤਰ ਦੇ ਵਿੱਚ ਵਰਣਾਤਮਕ ਤਾਂ ਹੈ ਹੀ ਹੈ, ਸਾਥ ਨਾਲ ਆਦਰਸ਼ਾਤਮਕ ਵਿਗਿਆਨ ਵੀ ਹੈ, ਜਦਕਿ ਨੀਤੀ ਸ਼ਾਸਤਰ ਸਿਰਫ ਆਦਰਸ਼ਾਂ ਨਾਲ ਸੰਬੰਧਿਤ ਹੈ, ਆਦਰਸ਼ਾਤਮਕ ਹੈ। ਉਸ ਤੋਂ ਬਾਅਦ ਹੈ ਨੈਤਿਕ ਸਿਧਾਂਤ ਅਤੇ ਰਾਜਾਂ ਦੇ ਕਾਨੂੰਨਾਂ ਵਿੱਚ ਸਦਾ ਇੱਕ ਰੂਪਤਾ ਨਹੀਂ ਹੁੰਦੀ। ਨੈਤਿਕ ਸਿਧਾਂਤ ਅਤੇ ਰਾਜ ਦੇ ਕਾਨੂੰਨ ਵਿੱਚ
ਇਕਸਾਰਤਾ ਨਹੀਂ ਹੁੰਦੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਵੀ ਕੋਈ ਵੀ ਚੀਜ਼ ਹੈ, ਕੋਈ ਵੀ ਹੈ ਕਿ ਵੀ ਸੜਕ 'ਤੇ ਕਿਵੇਂ ਤੁਰਾਂਗੇ। ਮੰਨ ਲਓ ਜੇ ਸਾਡੇ ਦੇਸ਼ 'ਚ ਸੜਕ 'ਤੇ ਤੁਰਨਾ ਖੱਬੇ ਪਾਸੇ ਤੁਰਨਾ ਹੈ, ਤੇ ਪਰ ਅਮਰੀਕਾ ਵਗੈਰਾ 'ਚ ਅਸੀਂ ਦੇਖਦੇ ਹਾਂ ਕਿ ਸੱਜੇ ਪਾਸੇ ਤੁਰਦੇ ਨੇ ਉਹ। ਅਗਰ ਬੰਦਾ ਇੱਥੇ ਕੋਈ ਸੱਜੇ ਪਾਸੇ ਤੁਰਦਾ ਪਿਆ ਤੇ ਅਸੀਂ ਉਸ ਨੂੰ ਗਲਤ ਨਹੀਂ ਕਹਿ ਸਕਦੇ ਹਾਂ, ਉਹ ਨੈਤਿਕ ਰੂਪ 'ਚ ਗਲਤ ਨਹੀਂ ਹੈ, ਰਾਈਟ। ਤੇ ਇਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਨੈਤਿਕ ਸਿਧਾਂਤ ਅਤੇ ਰਾਜ ਦੇ ਕਾਨੂੰਨਾਂ ਵਿੱਚ ਸਦਾ ਇਕਰੂਪਤਾ ਨਹੀਂ ਹੁੰਦੀ ਹੈ। ਇਹ ਡਿਪੈਂਡ ਕਰਦਾ ਹੈ, ਵੇਰੀ ਕਰਦਾ ਹੈ ਅਲੱਗ ਅਲੱਗ ਜਗ੍ਹਾ 'ਚ ਵੀ ਔਰ ਇੱਕ ਜਗ੍ਹਾ 'ਤੇ ਵੀ। ਅਤੇ ਕੋਈ ਅਗਰ ਮਾਂ ਬਾਪ ਦੀ ਮੰਨ ਲਓ ਸੇਵਾ ਨਹੀਂ ਕਰ ਰਿਹਾ ਹੈ ਅਤੇ ਕਾਨੂੰਨੀ ਰੂਪ 'ਚ ਉਹ ਗਲਤ ਨਹੀਂ ਹੋਏਗਾ, ਪਰ ਨੈਤਿਕ ਰੂਪ ਦੇ ਵਿੱਚ ਉਹ ਗਲਤ ਹੈ। ਅਤੇ ਉਮੀਦ ਹੈ ਕਿ ਵੀ ਸਾਰੇ ਪੁਆਇੰਟ ਤੁਹਾਨੂੰ ਕਲੀਅਰ ਹੋ ਗਏ। ਹੁਣ ਅਸੀਂ ਸਿੱਟਾ ਦੇਖਦੇ ਹਾਂ। ਸਿੱਟਾ ਇਹ ਕਿ ਵੀ ਦੋਨੋਂ ਸ਼ਾਸਤਰ ਵਿਅਕਤੀ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਕੰਮ ਕਰਦਾ, ਰਾਜਨੀਤਿਕ ਸ਼ਾਸਤਰ ਵੀ ਔਰ ਸਮਾਜ ਸ਼ਾਸਤਰ ਵੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਦੋਨੋਂ ਸਮਾਜ ਸ਼ਾਸਤਰ ਨਹੀਂ, ਨੀਤੀ ਸ਼ਾਸਤਰ ਜਾਂ ਐਥਿਕਸ ਇਹ ਜ਼ਿੰਦਗੀ ਨੂੰ ਵਧੀਆ ਬਣਾਉਣ ਲਈ ਕੰਮ ਕਰਦਾ ਹੈ। ਦੋਨੋਂ ਸ਼ਾਸਤਰ ਦਾ ਵਿਕਾਸ ਸਮਾਨ ਰੂਪ ਵਿੱਚ ਹੋਇਆ ਹੈ। ਦੋਨੋਂ ਸ਼ਾਸਤਰ ਸਮਾਨ ਰੂਪ ਵਿੱਚ ਆਏ ਨੇ ਪੁਰਾਣੇ ਸਮੇਂ ਤੋਂ ਹੁਣ ਤੱਕ। ਨੈਤਿਕਤਾ ਦੇ ਆਧਾਰ 'ਤੇ ਕਾਨੂੰਨਾਂ ਦੀ ਠੀਕ ਪਾਲਣਾ ਹੁੰਦੀ ਹੈ। ਅਗਰ ਨੈਤਿਕ ਵੈਲਿਊਜ਼ ਲੋਕ ਮੰਨਦੇ ਤਾਂ ਉਹ ਕਾਨੂੰਨਾਂ ਨੂੰ ਵੀ ਸਹੀ ਤਰੀਕੇ ਨਾਲ ਮੰਨਦੇ ਆ। ਨੈਤਿਕ ਚੰਗੇ ਅਤੇ ਬੁਰੇ ਕਾਨੂੰਨਾਂ ਵਿੱਚ ਫਰਕ ਕਰਦਾ ਨੈਤਿਕਤਾ, ਕਿ ਕਿਹੜਾ ਕਾਨੂੰਨ ਚੰਗਾ ਹੈ, ਕਿਹੜਾ ਮਾੜਾ ਹੈ। ਨੈਤਿਕਤਾ ਸੰਸਾਰ ਵਿੱਚ ਸ਼ਾਂਤੀ ਦਾ ਪ੍ਰਚਾਰ ਕਰਦੀ ਹੈ, ਜੋ ਕਿ ਚੰਗੇ ਕਾਨੂੰਨ ਦਾ ਵੀ ਕੰਮ ਹੈ। ਉੱਚ ਨੈਤਿਕਤਾ ਲਈ ਰਾਜ ਹੀ ਅੱਛਾ ਵਾਤਾਵਰਨ ਕਾਇਮ ਕਰ ਸਕਦਾ ਹੈ, ਹੋਰ ਨਹੀਂ। ਅਤੇ ਇਹ ਸੀ ਆਪਣਾ ਜਿਹੜਾ ਹੈ ਲੈਸਨ ਨੈਤਿਕਤਾ ਤੇ, ਯਾਨੀ ਕਿ ਰਾਜਨੀਤਿਕ ਸ਼ਾਸਤਰ ਦਾ ਨੀਤੀ ਸ਼ਾਸਤਰ ਨਾਲ ਸੰਬੰਧ। ਥੈਂਕ ਯੂ, ਬੈਸਟ ਵਿਸ਼ੇਸ। ਉਮੀਦ ਕਿ ਵੀਡੀਓ ਤੁਹਾਨੂੰ ਪਸੰਦ ਆਏਗਾ ਔਰ ਤੁਸੀਂ ਇਸ ਨੂੰ ਸ਼ੇਅਰ ਵੀ ਕਰੋਗੇ ਆਪਣੇ ਦੋਸਤਾਂ ਨਾਲ। ਦੋਸਤੋ ਇਹ ਸਾਰੇ 6 ਨੰਬਰ ਦੇ ਸਵਾਲ ਦੇ ਨਾਲ ਰਿਲੇਟਡ ਹੈ, ਅਤੇ ਤੁਸੀਂ ਇਹਨਾਂ ਨੂੰ ਲਿਖ ਕੇ ਜ਼ਰੂਰ ਦੇਖੋ। ਲਿਖਣ ਨਾਲ ਕੋਈ ਚੀਜ਼ ਵੀ ਜ਼ਿਆਦਾ ਦੇਰ ਤੱਕ ਤੁਹਾਡੇ ਮਾਈਂਡ 'ਚ ਰਹਿੰਦਾ, ਅਤੇ ਤੁਸੀਂ ਈਜ਼ੀਲੀ ਐਗਜ਼ਾਮ ਦੇ ਵੇਲੇ ਉਹਨੂੰ ਪ੍ਰੋਡਿਊਸ ਕਰ ਸਕਦੇ ਹੋ। ਥੈਂਕ ਯੂ, ਗੋਡ ਬਲੈਸ ਯੂ, ਟੇਕ ਕੇਅਰ, ਬਾਏ ਬਾਏ।